हाँ भी स्टूडेंट्स, कोई ਇਹੋ ਜਿਹਾ ਬੱਚਾ ਤਾਂ ਨਹੀਂ ਹੈਗਾ ਜਿਹਦੀ ਐਗਜ਼ਾਮ ਲਈ ਤਿਆਰੀ ਨਹੀਂ ਹੈ? नो सर। ਗੁੱਡ। ਆਲਮੋਸਟ ਸਾਡਾ ਸਾਰਾ ਸਿਲੇਬਸ ਤੇ ਕਨਸੈਪਟਸ ਤਾਂ ਕਲੀਅਰ ਹੈ? यस ਯੈਸ ਸਰ। ਗੁੱਡ। ਤੁਹਾਨੂੰ ਪਤਾ ਹੀ ਹੈ ਕੱਲ ਤੋਂ ਐਗਜ਼ਾਮ ਸ਼ੁਰੂ ਹੋ ਰਹੇ ਨੇ ਤੇ ਸਾਰਿਆਂ ਨੇ ਚੰਗੀ ਤਰ੍ਹਾਂ ਮਿਹਨਤ ਨਾਲ ਪੜ੍ਹ ਕੇ ਐਗਜ਼ਾਮ ਕਰਨੇ ਨੇ। Yes, sir. ਯੈਸ ਸਰ। ਆਪਾਂ ਸਾਰਿਆਂ ਨੇ ਚੰਗੇ ਨੰਬਰਾਂ ਨਾਲ ਪਾਸ ਹੋਣਾ ਹੈ ਤੇ ਤੁਹਾਡੇ ਵੱਲੋਂ ਕੋਈ ਵੀ ਕਮੀ ਨਹੀਂ ਰਹਿਣੀ ਚਾਹੀਦੀ। ਫਿਰ ਵੀ ਜੇ ਕਿਸੇ ਨੂੰ ਕੋਈ ਡਾਊਟ ਹੈ ਪੁੱਛ ਸਕਦਾ ਹੈ। ਗੁੱਡ। ਚਲੋ ਆਲ ਦਾ ਬੈਸਟ ਫॉर ਟੁਮਾਰੋ। ਸਾਰਿਆਂ ਨੇ ਵਧੀਆ ਐਗਜ਼ਾਮ ਕਰਨਾ ਹੈ। ਆਲ ਦਾ ਬੈਸਟ ਫॉर ਟੁਮਾਰੋ ਐਗਜ਼ਾਮ। ਓਕੇ, ਸੀ ਯੂ, ਬਾਏ। थैंक यू। गुड बाय सर। गुड बाय ਓਕੇ, सर। ਗੁੱਡ ਬਾਏ। हाँ प्रीति। यार कल तो मेरे फाइनल एग्जाम स्टार्ट ने। चल फिर भी मैं कोशिश करूंगी तेरे विआह ते आउण दी। फिलहाल तो मैनू घर जाना है, मेरी मम्मी उਡੀਕਦੀ हो। चल बाय। मेरा पेन तो सर को ही रह गया। सर मेरा पेन तुहाडे कोल ही रह गया। ਮੇਰੇ ਕੋਲ ਤਾਂ ਤੇਰਾ ਪੈਨ ਹੀ ਰਹਿ ਗਿਆ। ਤੂੰ ਤਾਂ ਮੇਰਾ ਦਿਲ ਹੀ ਚੱਕੀ ਫਿਰਦੀ ਏ। सर की मतलब की कह रहे हो तुसी सर? ਉਹ ਕੁਛ ਨਹੀਂ, ਕਈਆਂ ਦਿਨਾਂ ਤੋਂ ਤੇਰੇ ਤੇ ਪਿਆਰ ਜਾਈ ਜਾਂਦਾ ਸੀ। ਮੈਂ ਇਸ ਪਿਆਰ ਨੂੰ ਦਬਾਉਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਕੀ ਕਰਾਂ, ਦਿਲ ਮੰਨਦਾ ਹੀ ਨਹੀਂ ਪਿਆ। सर प्लीज़ मैनू जान दियो, मेरी मम्मी उਡੀਕਦੀ हो। सर प्लीज़। ਉਹ ਉਡੀਕ ਲੈਣ ਦੇ ਮੰਮੀ ਨੂੰ। ਉਹ ਨਾਲੇ ਜਿੰਨਾ ਕੁ ਪਿਆਰ ਮੇਰਾ ਆ ਤੇਰੀ ਬੇਬੇ ਨਾਲ ਤਾਂ ਜ਼ਿਆਦਾ ਹੀ ਆ। सर प्लीज़ मैनू जान दियो। सर सर प्लीज़ छੱਡ दो मैनू। ਉਹ ਬੀਬਾ, ਤੈਨੂੰ ਛੱਡਣ ਲਈ ਥੋੜੀ ਫੜਿਆ ਮੈਂ। सर प्लीज़ प्लीज़ सर। ਛੱਡ ਤਾਂ ਮੈਂ ਦਿੰਨਾ, ਪਰ ਇੱਕ ਗੱਲ ਯਾਦ ਰੱਖੀ, ਇਹ ਗੱਲ ਨਾ ਕਰੀ ਕਿਸੇ ਨਾਲ, ਵਰਨਾ ਤੇਰੀ ਪੜ੍ਹਾਈ ਤੇ ਤੇਰੇ ਫਿਊਚਰ ਤੇ ਕੋਈ ਮਾੜਾ ਅਸਰ ਨਾ ਪੈ ਜਾਵੇ। ਯਾਦ ਰੱਖੀ। ਕੀ ਹੋਇਆ ਪੁੱਤ? ਅੱਜ ਤੂੰ ਮੈਨੂੰ ਬਹੁਤ ਪਰੇਸ਼ਾਨ ਲੱਗਦੀ ਹੈ। नहीं मम्मा मैं परेशान नहीं हाँ, कुछ नहीं। ਬੇਟਾ ਮੈਂ ਤੇਰੀ ਮਾਂ ਆ। ਮਾਂ ਨੂੰ ਬੱਚੇ ਦੀ ਹਰ ਪਰੇਸ਼ਾਨੀ ਦਾ ਪਤਾ ਲੱਗ ਜਾਂਦਾ। ਐਦਾਂ ਦੀ ਗੱਲ ਨਹੀਂ, ਮੈਨੂੰ ਤੂੰ ਪਰੇਸ਼ਾਨ ਲੱਗੀ ਤਾਂ ਹੀ ਮੈਂ ਤੈਨੂੰ ਕਿਹਾ। ਤੂੰ ਬਹੁਤ ਪਰੇਸ਼ਾਨ ਆ, ਤੂੰ ਮੈਨੂੰ ਦੱਸ ਕੀ ਗੱਲ ਆ। नहीं मम्मी ऐदा दी कोई गल नहीं है, मैं ठीक हाँ, कुछ नहीं। प्रोफेसर साहब ਕਿਹੜੀਆਂ ਕਿਤਾਬਾਂ 'ਚ ਰੁੱਝੇ ਰਹਿੰਦੇ ਹੋ? ਆਓ ਅੱਜ ਮੈਂ ਤੁਹਾਨੂੰ ਆਪਣੇ ਪਿਆਰ ਦਾ ਲੈਸਨ ਪੜ੍ਹਾਵਾਂ। ਸੱਚੀ? ਤੇਰੇ ਪਿਆਰ ਦਾ ਲੈਸਨ ਤਾਂ ਮੈਂ ਉਦੋਂ ਦਾ ਪੜ੍ਹਦਾ ਜਦੋਂ ਦਾ ਤੂੰ ਮੇਰੀ ਜ਼ਿੰਦਗੀ 'ਚ ਆਈ ਹੈ। ਤਾਂ ਇਹ ਕੋਠੀ, ਇਹ ਗੱਡੀ, ਬੈਂਕ ਬੈਲੈਂਸ ਤੇਰੇ ਨਾਮ ਲਾ ਦਿੱਤਾ, ਤੇ ਹਾਂ ਇਹ ਦਿਲ ਵੀ। ਹੈਲੋ। ਉਹ ਹਾਂ ਵੀ ਪ੍ਰੋਫੈਸਰ ਲਈ ਜਾਂਦਾ ਨਜ਼ਾਰੇ ਮੇਰੇ ਪੈਸਿਆਂ ਤੇ। ਰਾਣਾ ਸਾਹਿਬ ਕੀ ਹਾਲ ਹੈ? ਠੀਕ ਹੋ? ਉਹ ਹਾਲ ਚਾਲ ਛੱਡ, ਇਹ ਦੱਸ ਮੇਰੀ ਪੇਮੈਂਟ ਕਦੋਂ ਮੋੜੇਗਾ? ਰਾਣਾ ਸਾਹਿਬ ਮੈਂ ਤੁਹਾਡੀ ਪੇਮੈਂਟ ਦੇ ਤੋਂ ਮੁੱਕਰ ਰਿਹਾ। ਮੈਂ ਇੱਦਾਂ ਕਰੋ, ਮੈਨੂੰ 1-2 ਮਹੀਨੇ ਦਾ ਟਾਈਮ ਹੋਰ ਦੇ ਦਿਓ, ਮੈਂ ਤੁਹਾਡੀ ਸਾਰੀ ਪੇਮੈਂਟ ਜਿਹੜੀ ਹੈਗੀ ਉਹ ਮੋੜ ਦੂੰਗਾ। ਉਹ ਯਾਰ ਗੱਲ ਸੁਣ ਪ੍ਰੋਫੈਸਰ, ਤੂੰ ਅੱਜ ਕੱਲ ਕਰਦਿਆਂ ਮੇਰਾ ਕਿੰਨਾ ਟਾਈਮ ਲਗਾ ਦਿੱਤਾ। ਮੈਂ ਕੋਈ ਗਲਤੀ ਕਰ ਦਿੱਤੀ ਤੈਨੂੰ 10 ਲੱਖ ਦੇ ਕੇ? ਨਹੀਂ ਰਾਣਾ ਸਾਹਿਬ, ਇਦਾਂ ਦੀ ਕੋਈ ਗੱਲ ਨਹੀਂ ਹੈ। ਮੈਨੂੰ ਪਤਾ ਹੈ ਕਿ ਤੁਹਾਡੇ ਪੈਸੇ ਜਿਹੜੇ ਮੈਂ ਨਹੀਂ ਮੋੜ ਸਕਿਆ, ਵਾਅਦਾ ਸੀ ਆਪਣਾ ਇਹ ਮੋੜਨ ਦਾ, ਬਟ ਨਹੀਂ ਦੇ ਸਕਿਆ। ਬਟ ਪੈਸੇ ਮੈਨੂੰ ਅੱਜ ਸ਼ਾਮ ਨੂੰ ਹਰ ਹਾਲਤ ਵਿੱਚ ਪੈਸੇ ਚਾਹੀਦੇ ਆ, ਜਿੱਥੋਂ ਮਰਜ਼ੀ ਕਰਕੇ ਦੇ। ਰਾਣਾ ਸਾਹਿਬ ਮੇਰੀ ਗੱਲ ਤਾਂ ਸੁਣੋ, ਮੈਂ ਤੁਹਾਨੂੰ ਤੁਹਾਡੇ ਸਾਰੇ ਪੈਸੇ ਐਸੇ ਦੇ ਦੂੰਗਾ,
ਪਰ ਥੋੜਾ ਟਾਈਮ ਦੇ ਦਿਓ ਮੈਨੂੰ, ਥੋੜਾ ਟਾਈਮ ਯਾਰ ਦੇ ਦਿਓ ਤੈਨੂੰ ਮੈਨੂੰ। ਕਿੰਨਾ ਟਾਈਮ ਹੋਰ ਦੇ ਦਈਏ? ਹੱਦ ਹੁੰਦੀ ਹੈ ਕਿਸੇ ਗੱਲ ਦੀ। ਗੱਲ ਸੁਣੋ ਪ੍ਰੋਫੈਸਰਾ, ਅੱਜ ਸ਼ਾਮ ਮਤਲਬ ਅੱਜ ਸ਼ਾਮ, ਨਹੀਂ ਤਾਂ ਕੱਲ ਤੇਰੀ ਸਵੇਰ ਨਹੀਂ ਹੋਣੀ। ਹੈਲੋ ਰਾਣਾ ਸਾਹਿਬ ਮੇਰੀ ਗੱਲ ਸੁਣੋ। ਰਾਣਾ ਸਾਹਿਬ ਮੇਰੀ ਗੱਲ ਤਾਂ ਸੁਣੋ। ਉਹ ਗੱਲ ਸੁਣ, ਰਾਣਾ ਨਾਮ ਆ ਮੇਰਾ। ਜੇ ਤੂੰ ਸ਼ਾਮ ਤੱਕ ਪੈਸੇ ਦਾ ਪ੍ਰਬੰਧ ਨਾ ਕੀਤਾ ਤਾਂ ਆਪਣੇ ਉੱਪਰ ਜਾਣ ਦੀ ਤਿਆਰੀ ਕਰਕੇ ਦੱਸਾਂ ਮੈਂ ਤੈਨੂੰ। ਚੱਲ ਹੁਣ ਫੋਨ ਕੱਟ। ਹੈਲੋ ਕੀ ਗੱਲ, ਕਿਹਦੇ ਨਾਲ ਗੱਲ ਕਰ ਰਹੇ ਸੀ ਫੋਨ ਤੇ? ਉਹ ਰਾਣੇ ਦਾ ਫੋਨ ਸੀ, ਪੈਸੇ ਮੰਗਦਾ ਪਿਆ ਹੈ ਆਪਣੇ, ਸਮਝ ਨਹੀਂ ਆਉਂਦੀ ਕਿੱਥੋਂ ਦੇਵਾਂ। ਤੁਸੀਂ 2-4 ਮਹੀਨੇ ਦਾ ਹੋਰ ਟਾਈਮ ਲੈ ਲੈਂਦੇ ਉਹਦੇ ਕੋਲ। ਉਹ ਅਗਲਾ ਇੱਕ ਦਿਨ ਦਾ ਟਾਈਮ ਨਹੀਂ ਦੇ ਰਿਹਾ। ਇੱਕ ਦਿਨ ਦਾ ਟਾਈਮ ਨਹੀਂ ਦੇ ਰਿਹਾ ਹੋ ਗਿਆ? ਤੁਹਾਨੂੰ ਯਾਦ ਹੈ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀਗਾ ਕਿ ਇਸ ਏਜੰਟ ਤੋਂ ਪੈਸੇ ਨਾ ਲਓ। ਇਹ ਬੰਦਾ ਮੈਨੂੰ ਠੀਕ ਨਹੀਂ ਲੱਗ ਰਿਹਾ ਸੀ। ਹੁਣ ਫਸਾ ਲੈਣਾ ਆਪਣੇ ਪੈਸੇ। ਰੇਨੂ ਸਹੀ ਕਹਿੰਦੀ ਸੀ ਤੂੰ। ਹੋਪ ਸੋ। ਮੋਨਿਕਾ ਪੁੱਤ, ਤੁਹਾਡਾ ਪੇਪਰ ਕਿਹੋ ਜਿਹਾ ਹੋਇਆ ਅੱਜ? ਮੰਮੀ ਪੇਪਰ ਵਧੀਆ ਨਹੀਂ ਹੋਇਆ। ਮੇਰਾ ਪੇਪਰ ਵਧੀਆ ਨਹੀਂ ਹੋਇਆ। ਜਿਹੜਾ ਕੁਐਸਚਨ ਪੇਪਰ ਸੀ ਉਹਦੇ ਨਾਲੋਂ ਜ਼ਿਆਦਾ ਹੀ ਮਿਸਪ੍ਰਿੰਟ ਸੀ, ਜਿਹਦੇ ਨਾਲ ਮੇਰਾ ਪੇਪਰ ਵਧੀਆ ਨਹੀਂ ਹੋਇਆ। ਮੇਰੀ ਉੱਤੇ ਮਿਸਪ੍ਰਿੰਟ ਕੁਐਸਚਨ ਪੇਪਰ ਬਾਰੇ ਨਾ ਕਿਸੇ ਨੇ ਸੁਣੀ ਵੀ ਨਹੀਂ। ਕਿੱਦਾਂ ਫੇ ਸਾਡਾ ਹੀ ਅੱਧਾ ਅਧੂਰਾ ਪੇਪਰ? ਓਏ ਤਾਂ ਛੋਟਾ ਜਿਹਾ ਟ੍ਰੇਲਰ ਹੀ ਸੀ। ਚੱਲ ਕੋਈ ਨਹੀਂ, ਤੂੰ ਐ ਕਰੀ ਅੱਜ ਆ ਜਾਈਂ ਤੇ ਤੇਰਾ ਅੱਜ ਦਾ ਸਾਰਾ ਹੀ ਪੇਪਰ ਮੈਂ ਕਰਵਾ ਦੂੰਗਾ। नहीं सर, नहीं, मैं नहीं आ सकती सर। नहीं सर, प्लीज मैं आ जाऊंगी सर। ਬਾਹਰ ਨਿਕਲੋ ਪ੍ਰੋਫੈਸਰਾ। ਕੀ ਗੱਲ ਹੋ ਗਈ? ਕੌਣ ਹੋ ਤੁਸੀਂ ਇੰਜ ਪ੍ਰੋਫੈਸਰ ਸਾਹਿਬ ਨੂੰ ਗਾਲਾਂ ਕਿਉਂ ਕੱਢ ਰਹੇ ਹੋ? ਤੇਰੇ ਘਰ ਵਾਲੇ ਨੇ ਮੇਰੀ ਭੈਣ ਦੀ ਇੱਜ਼ਤ ਨੂੰ ਹੱਥ ਪਾਇਆ ਤੇ ਅੱਜ ਉਹ ਮੇਰੇ ਹੱਥੋਂ ਬਚਦਾ ਨਹੀਂ। ਉਹਨੂੰ ਜ਼ਰਾ ਬਾਹਰ ਕੱਢ। ਪਲੀਜ਼ ਪ੍ਰੋਫੈਸਰ ਸਾਹਿਬ ਨੂੰ ਛੱਡ ਦਿਓ ਪਲੀਜ਼। ਮੈਂ ਵੀ ਤੁਹਾਡੀ ਭੈਣਾਂ ਵਰਗੀ ਆ। ਪਲੀਜ਼ ਛੱਡ ਦਿਓ ਪਲੀਜ਼। ਹੁਣ ਤਾਂ ਮੈਂ ਚੱਲਾਂ, ਪਰ ਇੱਕ ਗੱਲ ਨੋਟ ਕਰ ਲਈਓ, ਛੱਡਣਾ ਤਾਂ ਉਹਨੂੰ ਮੈਂ ਹੈ ਨਹੀਂ। प्रोफेसर साहब, प्रोफेसर साहब, प्रोफेसर साहब, की हो गया तेन? प्रोफेसर साहब, प्रोफेसर साहब, प्रोफेसर साहब, हेलो हेलो सर, तुम थाना तो बोल रहे हो? सर मेरे पति का कत्ल हो गया, तुम जल्दी आ जाओ प्लीज, प्लीज जल्दी आ जाओ। प्रोफेसर साहब उठो। ਮੈਡਮ, ਤੁਸੀਂ ਕਿੱਥੇ ਸੀ ਜਦੋਂ ਇਹ ਕਤਲ ਹੋਇਆ? सर मैं बाजार गई हुई थी। ਕਿੰਨੇ ਵਜੇ ਤੁਸੀਂ ਵਾਪਸ ਆਏ? ਜਦੋਂ ਮੈਂ ਤੁਹਾਨੂੰ ਫੋਨ ਕੀਤਾ ਉਦੋਂ
ਘਰ ਵਿੱਚ ਹੋਰ ਕੌਣ ਹੈ? ਸਰ ਅਸੀਂ ਦੋਵੇਂ ਹੀ ਰਹਿੰਦੇ। ਓਏ ਕਾਕਾ, ਚੈੱਕ ਕਰੋ ਜਰਾ ਕਮਰਾ। ਆ ਦੇਖੋ ਜਨਾਬ। ਕਤਲ ਕਿਸੇ ਹਥਿਆਰ ਨਾਲ ਹੋਇਆ ਤਾਂ ਨਹੀਂ ਲੱਗਦਾ, ਪਰ ਇਹ ਖੂਨ ਦੇ ਨਿਸ਼ਾਨ ਕਿੱਥੋਂ ਆ ਗਏ? ਜਨਾਬ ਗੱਲ ਤਾਂ ਸੋਚਣ ਵਾਲੀ ਹੈ। ਚੱਲ ਕੋਈ ਗੱਲ ਨਹੀਂ, ਇਹ ਵੀ ਦੇਖਦੇ ਹਾਂ। ਤੁਸੀਂ ਇਹਨੂੰ ਫੋਰੈਂਸਿਕ ਲੈਬ ਦੇ ਵਿੱਚ ਚੈਕਿੰਗ ਲਈ ਭੇਜੋ। ਠੀਕ ਹੈ ਜਨਾਬ। ਕੋਈ ਕਿਸੇ ਤੇ ਸ਼ੱਕ? ਨਹੀਂ ਜੀ। ਹਾਂ, ਇੱਕ ਰਵੀ ਰਾਣਾ ਨਾਮ ਦਾ ਆਦਮੀ ਸੀਗਾ ਜੋ ਕਾਫੀ ਦਿਨਾਂ ਤੋਂ ਇਹਨਾਂ ਨੂੰ ਧਮਕੀ ਦੇ ਰਿਹਾ ਸੀਗਾ। ਉਸ ਤੋਂ ਇਹਨਾਂ ਨੇ 3 ਸਾਲ ਪਹਿਲੇ 30 ਲੱਖ ਰੁਪਏ ਲਿੱਤਾ ਸੀ ਬਾਹਰ ਜਾਣ ਵਾਸਤੇ। ਉਸ ਕਰਕੇ ਪਰਸੋਂ ਉਸਨੇ ਧਮਕੀ ਦਿੱਤੀ ਇਹਨਾਂ ਨੂੰ ਜਾਨੋਂ ਮਾਰਨ ਦੀ। ਚਲ ਠੀਕ ਹੈ, ਕੋਈ ਗੱਲ ਨਹੀਂ। ਰਵੀ ਰਾਣਾ ਜੀ। ਹਾਂਜੀ ਇੰਸਪੈਕਟਰ ਸਾਹਿਬ, ਬੁਲਾਇਆ ਤੁਸੀਂ ਮੈਨੂੰ? ਓਏ ਖੜਾ ਹੋ, ਚੱਲ ਖੜਾ। ਕਰਦੇ ਤੇਰੀ ਕਰਮੀ। ਓਏ ਤੂੰ ਪ੍ਰੋਫੈਸਰ ਸਾਹਿਬ ਦਾ ਕਤਲ ਕਿਉਂ ਕੀਤਾ? ਇੰਸਪੈਕਟਰ ਸਾਹਿਬ, ਮੈਂ ਪ੍ਰੋਫੈਸਰ ਦਾ ਕਤਲ ਨਹੀਂ ਕੀਤਾ। ਤਾਂ ਫਿਰ ਤੂੰ ਉਹਨਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਕਿਉਂ ਦਿੱਤੀ? ਜਨਾਬ ਮੈਂ ਧਮਕੀ ਨਹੀਂ ਦਿੱਤੀ ਉਹਨਾਂ ਨੂੰ, ਮੈਂ ਤਾਂ ਉਹਨਾਂ ਕੋਲੋਂ ਪੈਸੇ ਲੈਣੇ ਸੀ, ਉਹ ਮੇਰੇ ਪੈਸੇ ਨਹੀਂ ਸੀ ਮੋੜ ਰਹੇ। ਫੋਨ ਤੇ ਗੱਲ ਕਰਦੇ ਕਰਦੇ ਸਾਡੀ ਗਰਮਾ ਗਰਮੀ ਹੋ ਗਈ। ਕਾਕਾ ਕੱਢੀਏ ਤੇਰੀ ਗਰਮੀ ਜਰਾ, ਇੰਨੀ ਗਰਮੀ ਨਹੀਂ ਖਾਈਦੀ। ਤੇਰੀ ਗਰਮੀ ਨੇ ਤਾਂ ਕਿਸੇ ਦਾ ਘਰ ਉਜਾੜ ਦਿੱਤਾ। ਜਨਾਬ ਮੈਂ ਪ੍ਰੋਫੈਸਰ ਦਾ ਨਾ ਕਤਲ ਕੀਤਾ, ਨਾ ਮੈਂ ਉਹਦਾ ਘਰ ਉਜਾੜਿਆ। ਮੈਂ ਬੇਕਸੂਰ ਹਾਂ, ਮੈਨੂੰ ਜਾਣ ਦਿਓ। ਤੇ ਮੇਰੀ ਇੱਕ ਗੱਲ ਦਾ ਜਵਾਬ ਦੇ, ਜਦੋਂ ਕਤਲ ਹੋਇਆ ਤੂੰ ਕਿੱਥੇ ਸੀ? ਮੈਂ ਤਾਂ ਜਨਾਬ ਆਪਣੇ ਆਫਿਸ ਦੇ ਵਿੱਚ ਬੈਠਾ ਹੋਇਆ ਸੀ। ਜੇ ਤੁਹਾਨੂੰ ਨਹੀਂ ਯਕੀਨ ਤਾਂ ਬੇਸ਼ੱਕ ਤੁਸੀਂ ਜਾ ਕੇ ਮੇਰੇ ਆਫਿਸ ਦੀ ਸੀਸੀਟੀਵੀ ਫੁਟੇਜ ਚੈੱਕ ਕਰ ਲਓ। ਉਹ ਤਾਂ ਕਾਕਾ ਅਸੀਂ ਕਰਾਂਗੇ ਹੀ, ਉਹ ਨਹੀਂ ਛੱਡਦੇ। ਚੱਲ ਹੁਣ ਤੂੰ ਚੱਲ ਇੱਥੋਂ। ਤੈਨੂੰ ਮੈਂ ਇੱਕ ਗੱਲ ਦੱਸ ਦਵਾਂ, ਜਦੋਂ ਵੀ ਤੈਨੂੰ ਇੱਥੇ ਸੱਦੀਏ ਤੈਨੂੰ ਆਉਣਾ ਪੈਣਾ, ਠੀਕ ਆ? ਚੱਲ ਦਫਾ ਹੋ ਇੱਥੋਂ। ਠੀਕ ਹੈ। ਚੱਲ ਚੱਲ। ਪਰਾਮ ਜੀ ਜਨਾਬ। ਇਸ ਬੰਦੇ ਦਾ ਪੂਰਾ ਧਿਆਨ ਰੱਖੋ, ਕਿੱਥੇ ਜਾਂਦਾ, ਕੀ ਕਰਦਾ, ਤੇ ਮੈਨੂੰ ਪੂਰੀ ਰਿਪੋਰਟ ਦਿਓ। ਯੈਸ ਸਰ। ਜੈ ਹਿੰਦ ਜਨਾਬ। ਜਨਾਬ ਰੇਨੂ ਮੈਡਮ ਦੀ ਕਾਲ ਡਿਟੇਲ ਆ ਗਈ ਹੈ। ਸਰ ਰੇਨੂ ਮੈਡਮ ਦੇ ਫੋਨ ਤੋਂ ਪ੍ਰੋਫੈਸਰ ਦੀ ਮੌਤ ਤੋਂ 1 ਦਿਨ ਪਹਿਲਾਂ ਤੇ ਨਾਲੇ ਉਸ ਦਿਨ ਆਹ ਨੰਬਰ ਤੇ ਕਈ ਵਾਰ ਕਾਲ ਕੀਤੀ ਗਈ ਹੈ। ਦੇਖੋ ਤਾਂ ਜਰਾ। ਤੁਕੀਰਾਮ, ਇਸ ਬੰਦੇ ਦਾ ਐਡਰੈਸ ਕਢਾਓ ਤੇ ਪਤਾ ਕਰੋ ਇਹ ਕੌਣ ਹੈ। ਇਸ ਦੀ ਪੁੱਛਗਿੱਛ ਇਸ ਕੇਸ ਦੇ ਲਈ ਬਹੁਤ ਅਹਿਮੀਅਤ ਰੱਖਦੀ ਹੈ। ਓਏ ਕਾਕਾ, ਰੇਸ਼ਮ ਲਾਲ ਜੀ ਕਿੱਥੇ ਆ? ਉਹ ਗਏ ਆ ਜੀ, ਜ਼ਰਾ ਕੰਮ ਗਏ ਆ। ਜਲਦੀ ਬੁਲਾ ਉਹਨਾਂ ਨੂੰ। ਜੀ ਮੈਂ ਹੁਣੇ ਬੁਲਾ ਦਿੰਦਾ ਉਹਨਾਂ ਨੂੰ। ਮਾਫ ਕਰਨਾ ਇੰਸਪੈਕਟਰ ਸਾਹਿਬ, ਮੈਨੂੰ ਆਉਣ ਵਿੱਚ ਕੁਛ ਦੇਰ ਹੋ ਗਈ। ਹੁਕਮ ਕਰੋ, ਕਿਸ ਤਰ੍ਹਾਂ ਆਏ ਹੋ? ਇੱਕ ਕਤਲ ਦੇ ਕੇਸ ਦੇ ਵਿੱਚ ਪੁੱਛਗਿੱਛ ਕਰਨ ਆਏ ਆ। ਕਤਲ ਦੇ ਕੇਸ ਵਿੱਚ? ਉਹ ਵੀ ਸਾਡੇ ਵਰਗੇ ਸ਼ਰੀਫ ਆਦਮੀ ਕੋਲੋਂ? ਕਿਉਂਕਿ ਜਿਸ ਦਾ ਕਤਲ ਹੋਇਆ ਹੈ ਨਾ, ਉਸ ਦੀ ਪਤਨੀ ਦੇ ਫੋਨ ਵਿੱਚ ਸਭ ਤੋਂ ਜ਼ਿਆਦਾ ਕਾਲਾਂ ਤੁਹਾਡੀਆਂ ਹੀ ਨੇ, ਔਰ ਇਸ ਕਰਕੇ ਮੇਰੇ ਸ਼ੱਕ ਦੀ ਸੂਈ ਤੁਹਾਡੇ ਉੱਤੇ ਹੀ ਜਾਂਦੀ ਹੈ। ਔਰ ਹਾਂ, ਸ਼ੱਕ ਨਹੀਂ, ਪੂਰਾ ਸ਼ੱਕ। ਇੰਸਪੈਕਟਰ ਸਾਹਿਬ, ਸ਼ੱਕ ਤੇ ਸਬੂਤ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ। ਸ਼ੱਕ ਤੇ ਘੜੀ ਦੀ ਸੂਈ ਹਮੇਸ਼ਾ ਘੁੰਮਦੀ ਰਹਿੰਦੀ ਹੈ, ਕਦੀ ਇਸ ਪਾਸੇ ਤੇ ਕਦੀ ਉਸ ਪਾਸੇ। ਗੱਲ ਤੇ ਸਬੂਤ ਨਾਲ ਮੁੱਕਦੀ ਹੈ। ਸਬੂਤ? ਜਿਸ ਦਿਨ ਮੇਰੇ ਹੱਥ ਸਬੂਤ ਲੱਗ ਗਿਆ ਨਾ, ਮੈਂ ਕਾਤਿਲ ਨੂੰ ਜ਼ਮੀਨ ਦੇ ਕਿਸੇ ਵੀ ਕੋਨੇ ਵਿੱਚੋਂ ਲੱਭ ਕੇ ਲਿਆਉਂਗਾ।
ਇੰਸਪੈਕਟਰ ਸਾਹਿਬ, ਕਈ ਵਾਰ ਸਬੂਤ ਸਮੁੰਦਰ ਦੀਆਂ ਗਹਿਰਾਈਆਂ ਵਿੱਚ ਇਸ ਤਰ੍ਹਾਂ ਦਫਨ ਹੋ ਜਾਂਦੇ ਨੇ ਕਿ ਉਹਨਾਂ ਨੂੰ ਵਕਤ ਵੀ ਉਜਾਗਰ ਨਹੀਂ ਕਰ ਸਕਦਾ। ਵਕਤ ਦੇ ਹੱਥ ਵਿੱਚ ਕੀ ਹੈ? ਕੋਈ ਨਹੀਂ ਜਾਣਦਾ। ਪਰ ਤੁਹਾਡੇ ਹੱਥ ਤੇ ਸੱਟ ਕਿੱਦਾਂ ਲੱਗੀ ਏ, ਇਹ ਦੱਸੋ। ਮੇਰਾ ਹੱਥ ਕਾਰ ਵਿੱਚ ਆ ਗਿਆ ਸੀ। ਕਾਰ ਵਿੱਚ? ਮੇਰਾ ਮਤਲਬ ਕਾਰ ਦੇ ਦਰਵਾਜ਼ੇ ਵਿੱਚ। ਕਾਰ ਵਿੱਚ ਹੱਥ ਆਇਆ ਹੋਵੇ ਤਾਂ ਪੁੱਠੇ ਪਾਸੇ ਸੱਟ ਲੱਗਦੀ ਹੈ, ਤਾਂ ਤੁਹਾਡੇ ਤਾਂ ਸੱਟ ਸਿੱਧੇ ਪਾਸੇ ਲੱਗੀ ਹੈ। ਓ ਤੁਕਾਰਾਮ, ਪੱਟੀ ਖੋਲੋ ਇਹਨਾਂ ਦੀ। ਰੋਸ਼ਨ ਲਾਲ ਜੀ, ਹੁਣ ਤੁਹਾਡੀ ਕਿਸਮਤ ਦਾ ਫੈਸਲਾ ਇਸ ਪੱਟੀ ਤੇ ਲੱਗੇ ਹੋਏ ਖੂਨ ਨਾਲ ਜੁੜ ਗਿਆ ਹੈ। ਦੁਆ ਕਰੋ ਜੋ ਮੈਂ ਸੋਚਦਾ ਉਹ ਨਾ ਹੋਵੇ। जय हिंद जनाब। सर, ਫੋਰੈਂਸਿਕ ਰਿਪੋਰਟ ਦੇ ਮੁਤਾबिक ਨੈਪਕਿਨ ਤੇ ਲੱਗੇ ਖੂਨ ਦੇ ਛਿੱਟੇ ਰੇਸ਼ਮ ਲਾਲ ਦੀ ਪੱਟੀ ਦੇ ਸੈਂਪਲ ਨਾਲ ਮੈਚ ਕਰਦੇ ਨੇ। बाबूजी, बाना पुलिस आई है। ਇੰਸਪੈਕਟਰ ਸਾਹਿਬ, ਤੁਸੀਂ ਫੇਰ ਆ ਗਏ? ਆਣਾ ਹੀ ਪਿਆ ਰੋਸ਼ਨ ਲਾਲ, ਵਰਨਾ ਇਹ ਖੂਨ ਦੀ ਗੁੱਥੀ ਸੁਲਝਣੀ ਨਹੀਂ ਸੀ। ਕੀ ਮਤਲਬ? ਮਤਲਬ ਕਾਤਿਲ ਪਕੜਿਆ ਗਿਆ। ਕਾਤਿਲ ਪਕੜਿਆ ਗਿਆ? ਹਾਂ। ਕੀ ਤੁਸੀਂ ਮੈਨੂੰ ਉਹਦਾ ਨਾਮ ਦੱਸ ਸਕਦੇ ਹੋ? ਕਾਤਿਲ ਤੂੰ ਹੈ, ਤੂੰ। ਇੰਸਪੈਕਟਰ ਸਾਹਿਬ, ਤੁਸੀਂ ਜਾਣਦੇ ਹੋ ਕਿ ਤੁਸੀਂ ਕੀ ਕਹਿ ਰਹੇ ਹੋ? ਮੇਰੀ ਅਪਰੋਚ ਤੁਸੀਂ ਜਾਣਦੇ ਨਹੀਂ। ਮੇਰੀ ਇੱਕ ਫੋਨ ਕਾਲ ਤੁਹਾਡੀ ਵਰਦੀ ਉਤਾਰ ਸਕਦੀ ਹੈ। ਮੇਰੇ ਬਰਖਲਾਫ ਤੁਹਾਡੇ ਕੋਲ ਕੋਈ ਹਾਂ ਹੈ। ਆ ਦੇਖ, ਫੋਰੈਂਸਿਕ ਲੈਬ ਦੀ ਰਿਪੋਰਟ। ਕਤਲ ਵਾਲੇ ਘਰੋਂ ਮਿਲੇ ਨੈਪਕਿਨ ਦੇ ਉੱਤੇ ਲੱਗੇ ਖੂਨ ਦੇ ਨਿਸ਼ਾਨ ਤੇ ਤੇਰੀ ਹੱਥ ਦੀ ਪੱਟੀ ਉੱਤੇ ਲੱਗੇ ਖੂਨ ਦੇ ਨਿਸ਼ਾਨ ਦੋਨੋਂ ਆਪਸ ਵਿੱਚ ਮੈਚ ਕਰਦੇ ਨੇ। ਇਸ ਦਾ ਮਤਲਬ ਹੈ ਕਤਲ ਤੂੰ ਕੀਤਾ, ਤੂੰ। ਇੰਸਪੈਕਟਰ ਸਾਹਿਬ, ਆਪਾਂ ਬੈਠ ਕੇ ਗੱਲ ਕਰਦੇ ਹਾਂ। ਇੰਸਪੈਕਟਰ ਸਾਹਿਬ, ਅਸੀਂ ਕੋਈ ਵਿੱਚ ਵਾਲਾ ਰਸਤਾ ਨਹੀਂ ਦੇਖ ਸਕਦੇ? ਕੀ ਮਤਲਬ ਹੈ ਤੇਰਾ? ਮੇਰਾ ਮਤਲਬ ਕਿ ਇੱਕ ਛੋਟਾ ਜਿਹਾ ਨਜ਼ਰਾਨਾ ਰੱਖੋ, ਬਾਕੀ ਕੇਸ ਬੰਦ ਹੋਣ ਤੋਂ ਬਾਅਦ ਹੋਰ ਕਰ ਦਿਆਂਗਾ। ਰੱਖੋ। ਰੋਸ਼ਨ ਲਾਲ, ਸ਼ੇਰ ਦੇ ਜਬੜੇ ਵਿੱਚ ਆਇਆ ਸ਼ਿਕਾਰ ਬਚ ਕੇ ਭੱਜ ਸਕਦਾ, ਪਰ ਇੰਸਪੈਕਟਰ ਪ੍ਰਦੀਪ ਦੇ ਹੱਥ ਆਇਆ ਮੁਜਰਿਮ ਹਰਗਿਜ਼ ਨਹੀਂ ਭੱਜ ਸਕਦਾ। ਚੱਲ ਬੋਲ, ਹੁਣ ਤੂੰ ਸੱਚ ਬੋਲ। ਮੈਂ ਸਭ ਕੁਝ ਦੱਸਾਂ ਇੰਸਪੈਕਟਰ ਸਾਹਿਬ। ਇੰਸਪੈਕਟਰ ਸਾਹਿਬ, ਗੱਲ ਇਸ ਤਰ੍ਹਾਂ ਹੈ ਕਿ ਮੇਰੇ ਤੇ ਪ੍ਰੋਫੈਸਰ ਦੀ ਘਰਵਾਲੀ ਦੇ ਆਪਸ ਵਿੱਚ ਬਹੁਤ ਗਹਿਰੇ ਤਾਲੁਕਾਤ ਸੀ। ਉਹ ਅਕਸਰ ਮੇਰੇ ਕੋਲ ਆਂਦੀ ਜਾਂਦੀ ਰਹਿੰਦੀ ਸੀ। ਉਸਨੂੰ ਪੈਸੇ ਦੀ ਭੁੱਖ ਸੀ ਤੇ ਮੇਰੇ ਕੋਲ ਪੈਸਾ ਬੇਸ਼ੁਮਾਰ ਸੀ। ਤੇ ਉਹ ਇੱਕ ਦਿਨ ਮੈਨੂੰ ਕਹਿਣ ਲੱਗੀ, स्वीट हार्ट, तू इन्नी परेशान क्यों आ? मर गई तेरी स्वीट हार्ट। ਉਹ ਪ੍ਰੋਫੈਸਰ ਹੈ ਜਿਹੜਾ ਮੇਰਾ ਖਸਮ ਹੈ, ਉਹ ਤੇਰੇ ਤੋਂ ਪੈਸੇ ਲੈਣ ਵਾਪਸ ਆ ਰਿਹਾ ਜਿਹੜੇ ਬਾਹਰ ਜਾਣਾ ਸੀ ਦਿੱਤੇ ਸੀਗੇ। ਤੇ ਇਸ ਵਿੱਚ ਪਰੇਸ਼ਾਨ ਹੋਣ ਵਾਲੀ ਕਿਹੜੀ ਗੱਲ ਹੈ? ਮੈਂ ਜਲਦੀ ਹੀ ਉਸਦਾ ਕੰਡਾ ਕੱਢ ਦਿਆਂਗਾ। ਉਹਦਾ ਕੰਡਾ ਅੱਜ ਹੀ ਕੱਢਣਾ ਪਊਗਾ। ਉਹ ਅੱਜ ਇਕੱਲਾ ਘਰ ਹੈ ਤੇ ਇਸ ਵਾਰਦਾਤ ਨੂੰ ਅੱਜ ਹੀ ਅੰਜਾਮ ਦੇਣਾ ਪੈਣਾ। ਤੇ ਠੀਕ ਹੈ, ਤੂੰ ਇਸ ਤਰ੍ਹਾਂ ਕਰ,
ਤੂੰ ਇੱਥੇ ਬੈਠ ਤੇ ਮੈਂ ਹੁਣੇ ਉਸ ਦਾ ਕੰਡਾ ਕੱਢ ਕੇ ਆਇਆ। ਇੰਤਜ਼ਾਰ ਕਰ। ਇਸ ਤਰ੍ਹਾਂ ਮੈਂ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਚਲੋ ਮੁੰਡਿਓ, ਲੈ ਚਲੋ ਇਹਨੂੰ ਇਹਦੀ ਮਸ਼ੂਕ ਕੋਲ। ਉਸ ਦਿਨ ਤਾਂ ਬੜੀ ਸਮੁੰਦਰ ਦੀ ਗਹਿਰਾਈਆਂ ਦੱਸਦਾ ਸੀ। ਚਲਾ ਅੱਜ ਤੈਨੂੰ ਕਾਨੂੰਨ ਦੀ ਗਹਿਰਾਈਆਂ ਦਿਖਾਈਏ।